ਰਾਸ਼ਟਰੀ ਸਿੱਖ ਸੰਗਤ ਦੇ ਬੜੇ ਵੱਡੇ ਅਧਿਕਾਰੀ ਮੁਖਤਿਆਰ ਸਿੰਘ ਜੀ ਮੋਖਾ ਉਹ ਬੜਾ ਹੀ ਪ੍ਰੇਮ ਕਰਦੇ ਨੇ, ਉਹਨਾਂ ਨੇ ਵੀ ਇੱਥੇ ਦਰਸ਼ਨ ਦਿੱਤੇ ਨੇ। ਅੱਜ ਇਸ ਮੌਕੇ 'ਤੇ ਮੈਂ ਬਹੁਤ ਬੇਨਤੀਆਂ ਆਪ ਜੀ ਨੂੰ ਕਰ ਦਿੱਤੀਆਂ ਨੇ, ਕੁਝ ਬੇਨਤੀਆਂ ਮੈਂ ਹੋਰ ਕਰਨੀਆਂ ਨੇ। ਸਾਧ ਸੰਗਤ ਜੀ, ਮਹਾਰਾਜ ਵੀਰ ਸਿੰਘ ਜੀ ਇਸ ਲੜਾਈ ਦੇ ਕਾਰਨ ਛੇਤੀ ਚਲੇ ਗਏ ਔਰ ਕਈ ਸਾਲ ਉਹਨਾਂ ਨੇ ਬਿਮਾਰੀ ਕਰਕੇ ਕਈ ਕਸ਼ਟ ਭੋਗੇ। ਸੱਚੇ ਪਾਤਸ਼ਾਹ ਜੀ ਕਿਸ ਤਰ੍ਹਾਂ ਦੇ ਹਾਲਾਤ ਵਿੱਚ ਰਹੇ ਆਪ ਜੀ ਸਾਰਿਆਂ ਨੂੰ ਪਤਾ। ਅੱਜ ਮੈਂ ਪੰਜਾਬ ਤੇ ਹਰਿਆਣਾ ਸਰਕਾਰ ਦੋਵਾਂ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਕਿਰਪਾ ਕਰਕੇ ਨਾਮਧਾਰੀ ਪੰਥ ਨੂੰ ਇਕੱਠਾ ਕਰ ਦਿਓ। ਮੈਂ ਪੰਥ ਹਿਤੈਸ਼ੀ ਸੰਗਤ ਵੱਲੋਂ ਪੂਰਾ ਆਸ਼ਵਾਸਨ ਦਿਵਾਉਣਾ ਕਿ ਸਾਨੂੰ ਕੁਛ ਨਹੀਂ ਚਾਹੀਦਾ, ਕੁਛ ਨਹੀਂ ਚਾਹੀਦਾ। ਇੱਕੋ ਹੀ ਚਾਹੀਦਾ, ਪੰਥ ਵਿੱਚ ਏਕਤਾ ਹੋਵੇਗੀ ਤੇ ਪੰਥ ਪ੍ਰਫੁੱਲਿਤ ਹੋਏਗਾ। ਕਿਉਂਕਿ ਮੇਰਾ ਵਿਸ਼ਵਾਸ ਇਹ ਹੈ ਕਿ ਕੋਈ ਪੰਥ ਕੋਈ ਸਮਾਜ ਤਾਂ ਹੀ ਉਸਾਰੂ ਸੋਚ ਕਰ ਸਕਦਾ, ਉਹਨਾਂ ਦੀ ਤਰੱਕੀ ਦੀ ਸੋਚ ਤਾਂ ਹੀ ਹੋ ਸਕਦੀ ਹੈ ਜੇ ਉੱਥੇ ਸ਼ਾਂਤੀ ਦਾ ਮਾਹੌਲ ਹੋਵੇ। ਸਾਦੀ ਜੀ ਗੱਲ ਹੈ, ਤੁਸੀਂ ਦੱਸੋ ਜਿੱਥੇ ਹਰ ਵੇਲੇ ਨਫ਼ਰਤ, ਈਰਖਾ, ਲੜਾਈ ਝਗੜੇ ਹੁੰਦੇ ਰਹਿਣ, ਆਪਾਂ ਨੂੰ ਰੋਜ਼ ਹੀ ਪਤਾ ਹੋਵੇ ਕਿ ਮੈਂ ਕਿਸੇ ਦੇ ਵਾਰੰਟ ਕਢਾਉਣੇ ਨੇ ਤੇ ਕਿਸੇ ਨੇ ਮੇਰੇ ਕਢਾਤੇ ਨੇ, ਉਹ ਪਲਾਟ ਮੇਰੇ ਦਾ ਕਬਜ਼ਾ ਲੈ ਗਿਆ, ਉਹਨੇ ਮੇਰੇ ਖਾਲ ਦਾ ਮੁਕੱਦਮਾ ਕਰਤਾ। ਜੇ ਆਪਾਂ ਇਹਨਾਂ ਚੱਕਰਾਂ 'ਚ ਹੋਵਾਂਗੇ ਕੀ ਆਪਾਂ ਨੂੰ ਚੰਗੀ ਸੋਚ ਆ ਸਕਦੀ ਹੈ? ਇਹ ਸਰੋਤਿਆਂ ਦੇ ਹੱਥ ਹੈ ਨਿਰਣੇ ਕਰਨਾ, ਇਹਦਾ ਫੈਸਲਾ ਆਪ ਜੀ ਦੇ ਹੱਥ ਹੈ, ਮੇਰੇ ਹੱਥ ਨਹੀਂ, ਮੇਰੇ ਵਿਚਾਰ 'ਚ ਨਹੀਂ ਆ ਸਕਦੀ। ਇਸ ਕਰਕੇ ਇਸ ਪੰਥ ਨੂੰ ਪ੍ਰਫੁੱਲਿਤ ਕਰਨ ਲਈ ਔਰ ਇਹ ਜਿੰਨੇ ਲੜਾਈ ਝਗੜੇ ਹੋ ਰਹੇ ਨੇ, ਜਿਵੇਂ ਕੱਲ੍ਹ ਵੀ ਇੱਥੇ ਸਾਡੇ ਵੱਡੇ ਵੱਡੇ ਅਫਸਰ DSP ਸਾਹਿਬ ਅਤੇ SDM ਸਾਹਿਬ ਆ ਕੇ ਬੈਠੇ ਰਹੇ। ਕਿਸ ਵਾਸਤੇ? ਕਿ ਜੀ ਇਹ ਮੇਲਾ ਤੁਸੀਂ 2 ਦਿਨ ਅੱਗੇ ਕਰ ਲਓ। ਕਿਉਂ? ਤਾਂ ਕਿ ਭੈਣੀ ਸਾਹਿਬ ਦਾ ਮੇਲਾ ਸਫਲ ਹੋ ਜਾਵੇ, ਉਦੋਂ ਬਾਅਦ ਤੁਸੀਂ ਕਰ ਲਿਓ ਤੇ ਤੁਹਾਡਾ ਸਫਲ ਨਾ ਹੋਵੇ। ਪਰ ਇੰਨਾ ਸਮਾਂ ਉਹਨਾਂ ਅਫਸਰਾਂ ਨੇ ਜਿੰਨਾ ਕੀਮਤੀ ਲਾਇਆ ਅਤੇ ਜਿੰਨੀ ਪੁਲਿਸ ਨੂੰ ਅੱਜ ਇੱਥੇ ਆਉਣਾ ਪਿਆ, ਹੋਰ ਕਈ ਥਾਵਾਂ 'ਤੇ ਕੱਲ੍ਹ ਪ੍ਰਦਰਸ਼ਨ ਹੋਏ ਸਾਡੇ ਵਿਰੁੱਧ, ਉਹ ਜਿੰਨਾ ਸਮਾਂ ਹੈ ਉਹ ਸਾਰਾ ਸਮਾਂ ਦੇਸ਼ ਦੀ ਅਤੇ ਪੰਥ ਦੀ ਤਰੱਕੀ ਲਈ ਕਿਉਂ ਨਹੀਂ ਲਾਇਆ ਜਾ ਸਕਦਾ? ਮੈਂ ਆਪ ਜੀ ਸਾਰਿਆਂ ਨੂੰ ਪੁੱਛਦਾ ਜੀ ਕਿ ਸਮੇਂ ਦੀ ਤਾਂ ਕੀਮਤ ਨਹੀਂ, ਇੱਕ ਸਵਾਸ ਆਇਆ ਵਾਪਸ ਨਹੀਂ ਆਉਂਦਾ, ਇੱਕ ਮਿੰਟ ਜਿਹੜਾ ਲੰਘ ਜਾਂਦਾ ਵਾਪਸ ਨਹੀਂ ਆਉਂਦਾ। ਜਿਹੜੇ ਆਪਾਂ ਇਹ ਕੰਮ ਕਰਦੇ ਹਾਂ ਇਹਦੀ ਬਜਾਏ ਆਪਾਂ ਉਸਾਰੂ ਕੰਮ ਕਰ ਲਈਏ, ਕਿਉਂ ਨਹੀਂ ਕਰ ਸਕਦੇ? ਸੋ ਇਸ ਕਰਕੇ ਮੈਂ ਦੋਹਾਂ ਸਰਕਾਰਾਂ ਨੂੰ, ਪੰਜਾਬ ਅਤੇ ਹਰਿਆਣਾ ਨੂੰ ਬੇਨਤੀ ਕਰਦਾ ਕਿ ਤੁਸੀਂ ਕਿਰਪਾ ਕਰਕੇ ਆਪਣੇ ਦੋਹਾਂ ਪ੍ਰਾਂਤਾਂ 'ਚ ਸ਼ਾਂਤੀ ਦਾ ਮਾਹੌਲ ਬਣਾਓ ਤਾਂ ਕਿ ਘੱਟੋ ਘੱਟ ਨਾਮਧਾਰੀਆਂ ਦੀ ਕੋਈ ਲੜਾਈ ਤਾਂ ਨਾ ਹੋਵੇ, ਨਾਮਧਾਰੀਆਂ ਦੀ ਮੁਕੱਦਮੇਬਾਜ਼ੀ ਨਾ ਹੋਵੇ। ਇਸੇ ਹੀ ਤਰ੍ਹਾਂ ਮੈਂ ਹੋਰ ਬੇਨਤੀ ਕਰਨ ਤੋਂ ਪਹਿਲਾਂ ਇੱਕ ਤੁਕ ਸ਼ਬਦ ਪੜ੍ਹਨਗੇ ਫਿਰ ਕਰਾਂਗੇ। ਠਾਕੁਰ ਉਦੈ ਸਿੰਘ ਜੀ, ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਆਪ ਜੀ ਨੇ ਮੇਰੇ 'ਤੇ ਦੋਸ਼ ਲਾ ਦਿੱਤਾ ਮਾਤਾ ਜੀ ਦਾ, ਕੋਈ ਸਮੱਸਿਆ ਨਹੀਂ, ਪਰ ਮੈਂ ਆਪ ਜੀ ਨੂੰ ਇਹ ਪੁੱਛਦਾ ਜੀ ਕਿ ਇੱਥੇ ਇੱਕ ਸਾਡੇ ਪਿੰਡ ਦੇ ਵਿੱਚ ਇੱਕ ਇੱਥੇ ਦਲੀਪ ਕੌਰ ਨਾਂ ਦੀ ਇਸਤਰੀ ਰਹਿੰਦੀ ਹੈ, ਜਿਹੜੀ ਕਿ ਕਿਸੇ ਵੀਰ ਸਿੰਘ ਦੀ ਪਤਨੀ ਹੈ ਤੇ ਮੇਰੀ ਮਾਂ ਹੈ। ਸੰਗਤ ਉਹਨੂੰ ਬੇਬੇ ਦਲੀਪ ਕੌਰ ਜੀ ਆਂਦੀ ਹੈ। ਸੰਗਤ ਸਮਝਦੀ ਹੈ ਕਿ ਉਹ ਤੁਹਾਡੀ ਵੀ ਮਾਤਾ ਹੈ। ਆਪ ਜੀ ਉਹਨਾਂ ਨੂੰ ਆਪਣੀ ਮਾਂ ਮੰਨਦੇ ਹੋ ਜਾਂ ਨਹੀਂ ਮੈਨੂੰ ਨਹੀਂ ਪਤਾ। ਮੈਂ ਇਸ ਕਰਕੇ ਆਪ ਜੀ ਨੂੰ ਪੁੱਛ ਰਿਹਾ ਕਿ ਇਸ ਮੇਰੀ ਮਾਂ ਬੇਬੇ ਦਲੀਪ ਕੌਰ ਨੇ ਕੀ ਗਲਤੀ ਕੀਤੀ ਸੀ
ਇਸ ਮੇਰੀ ਮਾਂ ਨੇ, ਜਿਹਨੂੰ ਇਹ ਸਾਰੀ ਨਾਮਧਾਰੀ ਸੰਗਤ ਜਗਤ ਮਾਤਾ ਆ ਕੇ ਚਰਨ ਛੂੰਹਦੀ ਹੈ, ਜਿਹੜੀ ਮਹਾਰਾਜ ਵੀਰ ਸਿੰਘ ਜੀ ਦੀ ਪਤਨੀ ਹੈ ਤੇ ਸਤਿਗੁਰੂ ਜਗਜੀਤ ਸਿੰਘ ਜੀ ਦੀ ਸੱਕੀ ਭਰਜਾਈ ਹੈ, ਇਸ ਮੇਰੀ ਮਾਂ ਨੇ ਕੀ ਗਲਤੀ ਕੀਤੀ ਸੀ ਜਿਸ ਕਰਕੇ ਆਪ ਜੀ ਨੇ ਇਸ ਮਾਂ ਨੂੰ ਇੰਨੀਆਂ ਸਜ਼ਾਵਾਂ ਦਿੱਤੀਆਂ ਨੇ? ਕਿਰਪਾ ਕਰਕੇ ਉਹ ਗਲਤੀ ਦੱਸ ਦਿਓ, ਹੋ ਸਕਦਾ ਅਸੀਂ ਅੱਗੇ ਬਾਕੀ ਦੇ ਸਾਰੇ ਹੀ ਸੁਧਰ ਜਾਈਏ। ਆਪ ਜੀ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਸ ਦਿਨ ਮਾਤਾ ਨਿਕਲ ਕੇ ਆਪ ਜੀ ਦੀਆਂ ਅੱਖਾਂ 15 ਦਿਨ ਬੰਦ ਹੋ ਗਈਆਂ ਸੀ, ਉਸ ਦਿਨ ਇਸ ਬੇਬੇ ਦਲੀਪ ਕੌਰ ਨੇ ਅਰਦਾਸਾਂ ਕਰ ਕਰਕੇ ਸਤਿਗੁਰੂ ਜਗਜੀਤ ਸਿੰਘ ਤੋਂ ਤੁਹਾਡੀਆਂ ਅੱਖਾਂ ਲਈਆਂ ਸੀ। ਆਖੋ ਧੰਨ ਬੇਬੇ ਦਲੀਪ ਕੌਰ, ਧੰਨ ਬੇਬੇ ਦਲੀਪ ਕੌਰ। ਇਹ ਮਾਤਾ ਹੈ, ਇਹ ਬੇਬੇ ਦਲੀਪ ਕੌਰ ਉਹ ਹੈ ਠਾਕੁਰ ਉਦੇ ਸਿੰਘ ਜੀ, ਜਿਹਨੇ ਤੁਹਾਨੂੰ ਸਾਖੀਆਂ ਸੁਣਾ ਸੁਣਾ ਕੇ ਸਤਿਗੁਰੂ ਜਗਜੀਤ ਸਿੰਘ ਦੇ ਭਗਤ ਬਣਾਇਆ। ਤੇ ਆਪ ਜੀ ਨੇ ਉਸ ਬੇਬੇ ਦਲੀਪ ਕੌਰ ਨੂੰ ਸਤਿਗੁਰੂ ਜਗਜੀਤ ਸਿੰਘ ਦੇ ਦਰਸ਼ਨ ਨਹੀਂ ਕਰਨ ਦਿੱਤੇ। ਅਜੇ ਆਪ ਜੀ ਆਪਣੇ ਆਪ ਨੂੰ ਗੁਰੂ ਸਮਝਦੇ ਹੋ? ਕੀ ਕਸੂਰ ਕੀਤਾ ਸੀ ਮੇਰੀ ਮਾਂ ਨੇ? ਕੀ ਇਹ ਬੇਬੇ ਦਲੀਪ ਕੌਰ, ਰਿਸ਼ਪਾਲ, ਹੰਸਪਾਲ, ਅਵਤਾਰ ਸਿੰਘ ਆਦਿ ਜਿੰਨੇ ਵੀ ਉੱਥੇ ਪੰਥ ਪਾੜਨ ਵਾਲੇ, ਲੁੱਟਣ ਵਾਲੇ ਬੈਠੇ ਨੇ, ਉਹਨਾਂ ਨਾਲੋਂ ਵੀ ਇਹ ਬੇਬੇ ਦਲੀਪ ਕੌਰ ਮਾੜੀ ਹੈ? ਆਪ ਜੀ ਯਾਦ ਕਰੋ ਠਾਕੁਰ ਉਦੇ ਸਿੰਘ ਜੀ, 2009 ਵਿੱਚ ਜਿਸ ਦਿਨ ਗੁਰੂ ਕੇ ਲੰਗਰ 'ਚ ਭੈਣੀ ਸਾਹਿਬ ਅਸੀਂ ਬੈਠੇ ਸਾਂ, ਮੈਂ ਤੇ ਬੇਬੇ ਦਲੀਪ ਕੌਰ ਜੀ ਮਾਤਾ ਚੰਦ ਕੌਰ ਜੀ ਦੇ ਚਰਨਾਂ 'ਚ ਬੈਠੇ ਸਾਂ। ਆਪ ਜੀ ਨੇ ਉੱਥੋਂ ਪੁਲਿਸ ਭੇਜ ਕੇ ਤੇ ਬੇਬੇ ਜੀ ਨੂੰ ਕਢਵਾਇਆ ਸੀ। ਕੀ ਕਸੂਰ ਕੀਤਾ ਸੀ ਮੇਰੀ ਮਾਂ ਨੇ? ਜਿਸ ਦਿਨ 2011 ਦੇ ਵਿੱਚ ਸਤਿਗੁਰੂ ਜੀ ਦੇ ਕਰਕੇ ਢਿੱਲੇ ਹੋਏ ਨੇ ਅਪੋਲੋ ਵਿੱਚ, ਉਸ ਦਿਨ ਬੇਬੇ ਜੀ ਉੱਥੇ ਦਰਸ਼ਨ ਕਰਨ ਗਏ ਸਨ। ਮਾਤਾ ਚੰਦ ਕੌਰ ਜੀ ਨੇ 2 ਦਿਨ ਦਰਸ਼ਨ ਕਰਾਏ। ਆਪ ਜੀ ਜਰਮਨੀ ਸੋ ਆਪ ਜੀ ਨੇ ਆ ਕੇ, ਸੰਤ ਜੀ ਨੇ ਤੇ ਆਪ ਜੀ ਨੇ ਮਿਲ ਕੇ ਬੇਬੇ ਜੀ ਨੂੰ ਆਖਿਆ ਕਿ ਬੀਜੀ ਤੁਸੀਂ ਲੁਧਿਆਣਾ ਸ਼ਹਿਰ ਛੱਡ ਕੇ ਚਲੇ ਜਾਓ। ਉਸ ਤੋਂ ਬਾਅਦ 20 ਦਿਨ ਬੇਬੇ ਜੀ ਹਸਪਤਾਲ ਦੇ ਬੂਹੇ ਅੱਗੇ ਜਾ ਕੇ, ਜਿੱਥੇ ਸੱਚੇ ਪਾਤਸ਼ਾਹ ਸਨ, ਤੁਸਾਂ ਉਸ ਹਸਪਤਾਲ ਦੇ, ਜਿਹੜਾ ਕਿ ਹਸਪਤਾਲ ਵੀ ਆਪ ਜੀ ਦਾ, ਉਹ ਸਰਕਾਰੀ ਹਸਪਤਾਲ ਨਹੀਂ, ਕਿਸੇ ਦਾ ਪ੍ਰਾਈਵੇਟ ਨਹੀਂ, ਠਾਕੁਰ ਜੀ ਆਪ ਜੀ ਦਾ ਹਸਪਤਾਲ, ਉਹਦੇ ਬੂਹੇ ਅੱਗੇ ਜਾ ਕੇ ਬੇਬੇ ਦਲੀਪ ਕੌਰ ਅਰਦਾਸ ਕਰਕੇ ਮੋੜ ਆਉਂਦੀ ਰਹੀ ਹੈ, ਦਰਸ਼ਨ ਨਹੀਂ ਹੋਣ ਦਿੱਤੇ। ਕੀ ਕਸੂਰ ਸੀ ਮੇਰੀ ਮਾਂ ਦਾ? ਉਸ ਹਸਪਤਾਲ ਦੇ ਵਿੱਚ ਵੱਡੇ ਲੁੱਚਿਆਂ ਲਫੰਗਿਆਂ ਨੂੰ, ਉਹਨਾਂ ਨੂੰ ਏਅਰ ਕੰਡੀਸ਼ਨ ਕਮਰੇ ਦਿੱਤੇ ਤੇ ਮਾਂ ਨੂੰ ਆਖਿਆ ਕਿ ਤੂੰ ਇੱਥੋਂ ਤੋਰੀ ਜਾ ਸ਼ਹਿਰ 'ਚੋਂ। ਕਿਉਂ ਨਹੀਂ ਮਾਂ ਦਰਸ਼ਨ ਕਰ ਸਕਦੀ ਸਤਿਗੁਰੂ ਜਗਜੀਤ ਸਿੰਘ ਦੇ? ਮੇਰੇ ਤੋਂ ਤੇ ਆਪ ਜੀ ਨੂੰ ਗੱਦੀ ਨੂੰ ਖਤਰਾ ਹੋਏਗਾ, ਮੇਰੀ ਮਾਂ ਤੋਂ ਕਾਹਦਾ ਖਤਰਾ ਸੀ ਤੁਹਾਨੂੰ? ਉਸ ਮਾਂ ਨੇ ਜਦੋਂ ਸੱਚੇ ਪਾਤਸ਼ਾਹ ਜੀ ਦੀ ਦੇਹ ਅਜੇ ਹੈਗੀ ਸੀ, ਅਖੀਰ ਦੇ ਸਮੇਂ ਆਪ ਜੀ ਨੂੰ ਬੇਨਤੀ ਕੀਤੀ ਕਿ ਮੈਂ ਦਰਸ਼ਨ ਕਰਨੇ ਨੇ। ਆਪ ਜੀ ਨੇ ਆਖਿਆ ਨਹੀਂ ਕਰ ਸਕਦੇ। ਸੰਸਕਾਰ ਵੇਲੇ ਆਪ ਜੀ ਨੇ ਦਰਸ਼ਨ ਨਹੀਂ ਕਰਨ ਦਿੱਤੇ। ਕੀ ਕਸੂਰ ਹੈ ਬੇਬੇ ਦਲੀਪ ਕੌਰ ਜੀ ਦਾ? ਮੈਂ ਆਪ ਜੀ ਨੂੰ ਬੇਨਤੀ ਕਰਾਂ ਕਿ ਆਪ ਜੀ ਨੂੰ ਪਤਾ ਹੈ ਠਾਕੁਰ ਜੀ, ਜਿਸ ਬੰਗਲੌਰ ਦੇ ਫਾਰਮ ਤੇ ਆਪ ਜੀ ਨੇ ਸਾਰਾ ਵਿਹਾਰ ਘਰ ਅੱਜ ਚਲਾਇਆ ਹੋਇਆ ਹੈ, ਇਸ ਬੰਗਲੌਰ ਦੇ ਫਾਰਮ ਨੂੰ ਪਹਿਲੋਂ ਮਹਾਰਾਜ ਵੀਰ ਸਿੰਘ ਜੀ ਨੇ ਅਤੇ ਉਸ ਤੋਂ ਉਪਰੰਤ ਬੇਬੇ ਦਲੀਪ ਕੌਰ ਨੇ ਇਕੱਲਿਆਂ ਰਹਿ ਕੇ ਕਈ ਸਾਲ ਤੱਕ ਸੰਭਿਆ, ਤਾਂ ਉਹ ਬਣੀ ਬਣਾਤੀ ਜ਼ਮੀਨ ਆਪ ਜੀ ਨੂੰ ਮਿਲ ਗਈ ਸੀ, ਜਿੱਥੇ ਆਪ ਜੀ ਨੇ ਕਾਰੋਬਾਰ ਚਲਾ ਲਿਆ। ਤੇ ਸਤਿਗੁਰੂ ਜਗਜੀਤ ਸਿੰਘ ਨੇ ਕਿਰਪਾ ਕਰਕੇ ਇੰਨੇ ਸਿੱਖ ਭੇਜੇ ਸੀ। ਅੱਜ ਆਪ ਜੀ ਨੂੰ ਚੇਤਾ ਹੀ ਨਹੀਂ ਕਿ ਇੰਨੀ ਸੰਗਤ ਨੇ ਜਾ ਕੇ ਤੇ ਕੰਮ ਚਲਾਇਆ। ਅੱਜ ਆਪ ਜੀ ਸਮਝਦੇ ਹੋ ਕਿ ਮੇਰਾ ਹੀ ਵਿਹਾਰ ਹੈ ਸਾਰਾ ਹੈ। ਇਸ ਕਰਕੇ ਆਪ ਜੀ ਨੂੰ ਮੈਂ ਫੇਰ ਬੇਨਤੀ ਕਰਦਾ ਕਿ ਜਿਹੜੀ ਗਲਤੀ ਬੇਬੇ ਦਲੀਪ ਕੌਰ ਨੇ ਕੀਤੀ ਸੀ, ਸਾਨੂੰ ਦੱਸ ਦਿਓ ਤਾਂ ਕਿ ਅਸੀਂ ਨਾ ਉਹ ਗਲਤੀ ਕਰੀਏ ਅੱਗੇ ਨੂੰ। ਅਤੇ ਅਖੀਰ ਦੀ ਗੱਲ, ਠਾਕੁਰ ਉਦੇ ਸਿੰਘ ਜੀ, ਆਪ ਜੀ ਦੇ ਇੱਕ ਛਤਰ ਰਾਜ ਹੋਣ ਵਿੱਚ ਇੱਕ ਛੋਟਾ ਜਿਹਾ ਅੜਿੱਕਾ ਹੈ ਜੀ। ਇੱਕ ਛਤਰ ਰਾਜ ਦਾ ਮਤਲਬ ਹੁੰਦਾ ਹੈ ਕਿ ਜਿੱਥੇ ਸਾਰਾ ਮੇਰਾ ਹੀ ਚੱਕਰ ਘੁੰਮਦਾ, ਕੋਈ ਨਹੀਂ ਹੋਰ ਅੱਗੇ। ਉਹਦੇ 'ਚ ਆ ਜੀਵਨ ਨਗਰ ਦਾ ਡੇਰਾ ਇੱਕ ਬਚਿਆ ਹੋਇਆ, ਅਤੇ ਉਹ ਬਚਿਆ ਬੇਬੇ ਦਲੀਪ ਕੌਰ ਜੀ ਕਰਕੇ। ਅਤੇ ਜੇ ਆਪ ਜੀ ਜਿਵੇਂ ਮਾਤਾ ਜੀ 'ਤੇ ਕਿਰਪਾ ਕੀਤੀ ਹੈ, ਜੇ ਇੱਧਰ ਨੂੰ ਵੀ ਕਿਰਪਾ ਕਰਵਾ ਦਿਓ ਤੇ ਸਾਰਾ ਕੁਝ ਤੁਹਾਡਾ ਸਾਫ਼ ਹੀ ਸਾਫ਼ ਹੈ ਨਾ। ਮੈਂ ਤਾਂ ਅੱਗੇ ਹੀ ਛੱਡਿਆ ਹੋਇਆ। ਕਰੋ ਕਿਰਪਾ। ਇਸੇ ਹੀ ਤਰ੍ਹਾਂ ਮੈਂ ਆਪ ਜੀ ਨੂੰ ਪੁੱਛਦਾ ਜੀ, ਅੱਜ
ਆ ਜਿਨ੍ਹਾਂ ਦੀ ਤਸਵੀਰ ਵੇਖ ਰਹੇ ਹੋ ਠਾਕਰ ਉਦੈ ਸਿੰਘ ਜੀ, ਜਾਂ ਜਿਹੜੇ ਦਰਸ਼ਕ ਵੇਖ ਰਹੇ ਨੇ, ਇਹਨਾਂ ਦਾ ਨਾਂ ਹੈ ਵੀਰ ਸਿੰਘ। ਸਰਗੁਰੂ ਪ੍ਰਤਾਪ ਸਿੰਘ ਦੇ ਛੋਟੇ ਸਾਹਿਬਜ਼ਾਦੇ ਨੇ ਅਤੇ ਸਤਿਗੁਰੂ ਜਗਜੀਤ ਸਿੰਘ ਦੇ ਛੋਟੇ ਭਰਾ ਨੇ। ਦੁਨੀਆ ਇਹਨਾਂ ਨੂੰ ਮਹਾਰਾਜ ਵੀਰ ਸਿੰਘ ਜੀ ਕਰਕੇ ਜਾਣਦੀ ਹੈ। ਮੈਂ ਇਹਨਾਂ ਨੂੰ ਪਿਤਾ ਜੀ ਮੰਨਦਾ ਅਤੇ ਸੰਗਤ ਇਹਨਾਂ ਨੂੰ ਤੁਹਾਡੇ ਪਿਤਾ ਜੀ ਮੰਨਦੀ ਹੈ। ਆਪ ਜੀ ਮੰਨਦੇ ਹੋ ਕਿ ਨਹੀਂ ਮੰਨਦੇ, ਆਪ ਜੀ ਨੂੰ ਪਤਾ ਹੋਏਗਾ। ਮੈਂ ਪੁੱਛਦਾ ਜੀ ਠਾਕਰ ਉਦੈ ਸਿੰਘ ਜੀ, ਇਸ ਮਹਾਂਪੁਰਸ਼ ਨੇ ਜਾਂ ਇਸ ਇੱਕ ਸੱਜਣ ਨੇ ਕੀ ਗਲਤੀ ਕੀਤੀ ਸੀ ਜਿਸ ਕਰਕੇ ਇਹਨੂੰ ਆਪ ਜੀ ਨੇ ਐਲਾਨ ਕਰਕੇ 2003 ਦੇ ਵਿੱਚ ਪੰਥ ਵਿੱਚੋਂ ਕੱਢ ਦਿੱਤਾ? ਮੇਰੇ ਪਿਤਾ ਮਹਾਰਾਜ ਵੀਰ ਸਿੰਘ ਜੀ ਨੇ ਸਤਿਗੁਰੂ ਜਗਜੀਤ ਸਿੰਘ ਦੇ ਭਰਾ ਨੇ ਕੀ ਗਲਤੀ ਕੀਤੀ ਸੀ? ਆਪ ਜੀ ਨੇ ਆਖਿਆ ਕਿ ਉਹ ਬੇਮੁਖ ਨੇ, ਉਹਨਾਂ ਦੇ ਮੱਥੇ ਨਾ ਲੱਗੇ, ਕੋਈ ਸ਼ੇਰ ਦੇ ਸਾਹਮਣੇ ਜਾ ਕੇ ਮਰ ਜੇ ਪਰ ਬੇਮੁਖ ਦੇ ਮੱਥੇ ਨਾ ਲੱਗੇ। ਕੀ ਗਲਤੀ ਕੀਤੀ ਸੀ ਮਹਾਰਾਜ ਵੀਰ ਸਿੰਘ ਜੀ ਨੇ? ਮਹਾਰਾਜ ਵੀਰ ਸਿੰਘ ਜੀ ਨੇ ਤੁਹਾਡੇ ਵਾਂਗੂ ਕਿਸੇ ਗੱਦੀ ਤੇ ਕਬਜ਼ਾ ਨਹੀਂ ਸੀ ਕੀਤਾ ਤੇ ਉਹਨਾਂ ਨੇ ਆਪਣੇ ਆਪ ਨੂੰ ਕਦੀ ਸਤਿਗੁਰੂ ਜਗਜੀਤ ਸਿੰਘ ਨਹੀਂ ਸਮਝਿਆ। ਉਹਨਾਂ ਨੇ ਕਦੀ ਆਪਣੇ ਆਪ ਨੂੰ ਸਤਿਗੁਰੂ ਜਗਜੀਤ ਸਿੰਘ ਨਹੀਂ ਸਮਝਿਆ। ਮਹਾਰਾਜ ਵੀਰ ਸਿੰਘ ਜੀ ਉਹ ਸਨ ਜਿੱਦਣ ਬਹੁਤ ਦੂਰੀ ਸੀ, ਨਾਰਾਜ਼ਗੀਆਂ ਤੇਜ਼ੀ 'ਚ ਸਨ, ਉਦਣ ਐਡੀ ਦੂਰੋਂ ਜੋੜਾ ਲਾ ਕੇ ਤੇ ਜਿੱਥੇ ਵੱਡੇ ਵੱਡੇ ਅਮੀਰ ਕਰੋੜਾਂਪਤੀ ਇਕੱਠੇ ਹੋਏ ਸੀ ਰੇਸ ਕੋਰਸ ਵਿੱਚ, ਸਤਿਗੁਰੂ ਜਗਜੀਤ ਸਿੰਘ ਦੇ ਚਰਨੀ ਹੱਥ ਲਾਇਆ ਸੀ। ਤੇ ਆਪ ਜੀ ਕੀ ਕਰਦੇ ਹੋ ਤੇ ਆਪਣੇ ਆਪ ਨੂੰ ਸਤਿਗੁਰੂ ਜਗਜੀਤ ਸਿੰਘ ਸਮਝਦੇ ਹੋ? ਮਹਾਰਾਜ ਵੀਰ ਸਿੰਘ ਜੀ ਉਹ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੱਥਾ ਟੇਕ ਕੇ ਆਪਣੇ ਭਰਾ ਨੂੰ ਆਖਿਆ, ਤੂੰ ਅਕਾਲ ਪੁਰਖ, ਔਰ ਨਿਰਾ ਕਿਹਾ ਨਹੀਂ, ਸੱਚੀ ਮੁੱਚੀ ਮੰਨਿਆ। ਮਹਾਰਾਜ ਵੀਰ ਸਿੰਘ ਜੀ ਦੇ ਮੁਕਾਬਲੇ ਤੇ ਕੋਈ ਸ਼ਰਧਾ ਸਤਿਗੁਰੂ ਜਗਜੀਤ ਸਿੰਘ ਤੇ ਲਿਆ ਸਕਦਾ? ਸਵਾਲ ਹੀ ਨਹੀਂ ਪੈਦਾ ਹੁੰਦਾ। ਜਿੱਧਰ ਨੂੰ ਸਤਿਗੁਰੂ ਜਗਜੀਤ ਸਿੰਘ ਗਏ ਹੋਣ, ਸੱਕਾ ਭਰਾ ਹੁੰਦਿਆਂ 35 ਸਾਲ ਭਰਾਵਾਂ ਵਾਂਗੂ ਖੇਡ ਕੇ ਕਦੀ ਉਧਰ ਨੂੰ ਪੈਰ ਨਹੀਂ ਸਨ ਕੀਤੇ, ਪੈਰ ਕਰਕੇ ਸੁੱਤੇ ਨਹੀਂ ਕਦੀ। ਤੇ ਜਦੋਂ ਅਰਦਾਸ ਕਰਨੀ ਉਧਰ ਨੂੰ ਮੂੰਹ ਕਰਕੇ ਅਰਦਾਸ ਕਰਨੀ। ਇੱਕ ਦਿਨ ਮੈਂ ਪੁੱਛ ਲਿਆ, ਮੈਂ ਕੋਠੇ ਤੇ ਸਾਂ, ਮਹਾਰਾਜ ਜੀ ਥੱਲੇ ਸੀ, ਮੈਂ ਕਿਹਾ ਜੀ ਇੱਧਰ ਨੂੰ ਮੂੰਹ ਕਰਕੇ ਕਿਉਂ ਅਰਦਾਸ ਕਰਦੇ ਹੋ? ਆਂਦੇ ਨੇ ਸੱਚੇ ਪਾਤਸ਼ਾਹ ਇੱਧਰ ਗਏ। ਆਖੋ ਧੰਨ ਮਹਾਰਾਜ ਵੀਰ ਸਿੰਘ। ਸੋ ਆਪ ਜੀ ਨੂੰ ਮੈਂ ਪੁੱਛਦਾ ਜੀ ਕਿ ਇਸ ਮਹਾਰਾਜ ਵੀਰ ਸਿੰਘ ਜੀ ਨੇ, ਜਿਨ੍ਹਾਂ ਨੂੰ ਲੋਕ ਆਪ ਜੀ ਦਾ ਪਿਤਾ ਮੰਨਦੇ ਨੇ, ਆਪ ਜੀ ਮੰਨਦੇ ਹੋ ਕਿ ਨਹੀਂ ਮੈਨੂੰ ਨਹੀਂ ਪਤਾ, ਇਹਨਾਂ ਨੇ ਕੀ ਗਲਤੀ ਕੀਤੀ ਸੀ? ਆਪ ਜੀ ਆਪਣੇ ਆਪ ਨੂੰ ਆਂਦੇ ਹੋ ਕਿ ਮੈਂ ਗੁਰੂ ਜਗਜੀਤ ਸਿੰਘ ਦੀ ਥਾਂ। ਉਹਨਾਂ ਨੇ ਤਾਂ ਕਦੀ ਨਹੀਂ ਆਖਿਆ। ਕੇਵਲ ਤੇ ਕੇਵਲ ਇੰਨਾ ਫਰਕ ਸੀ ਮੇਰਾ ਤੇ ਆਪ ਜੀ ਦਾ ਕਿ ਮੈਂ ਇਸ ਮੰਦਰ ਵਿੱਚ ਮਹਾਰਾਜ ਜੀ ਨੂੰ ਮਨਾ ਕੇ ਸਤਿਗੁਰੂ ਜਗਜੀਤ ਸਿੰਘ ਦੀ ਤਸਵੀਰ ਪਾਲਕੀ ਵਿੱਚ ਲਾ ਕੇ, ਜਿਵੇਂ ਆਹ ਲੱਗੀ ਹੈ, ਮੈਂ ਇੱਥੇ ਲਵਾ ਦਿੱਤੀ ਸੀ ਔਰ ਮਹਾਰਾਜ ਜੀ ਉਹਦੇ ਕੋਲ ਪਾਸੇ ਤੇ ਬੈਠਦੇ ਸੀ। ਇਸੇ ਹੀ ਤਰ੍ਹਾਂ ਜਦੋਂ ਬੰਕੋਕ ਥਾਈਲੈਂਡ 'ਚ ਮਹਾਰਾਜ ਜੀ ਗਏ ਸੀ, ਉੱਥੇ ਮਹਾਰਾਜ ਜੀ ਤੋਂ ਅਖਵਾਇਆ ਸੀ ਕਿ ਸਾਰੀ ਸੰਗਤ ਨੂੰ ਆਖੋ ਬਈ ਧੰਨ ਸਤਿਗੁਰੂ ਜਗਜੀਤ ਸਿੰਘ, ਧੰਨ ਸਤਿਗੁਰੂ ਜਗਜੀਤ ਸਿੰਘ। ਇਹ ਕੁਛ ਮਹਾਰਾਜ ਜੀ ਤੋਂ ਮੈਂ ਅਖਵਾਇਆ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਮਹਾਰਾਜ ਜੀ ਸ਼ਰਧਾਲੂ ਨੇ ਤੇ ਉਹਨਾਂ ਨਾਲ ਪ੍ਰੇਮ ਕਰਕੇ ਅਖਵਾਇਆ ਸੀ। ਪਰ ਆਪ ਜੀ ਨੇ ਮਹਾਰਾਜ ਜੀ ਦੀ ਵਿਰੋਧਤਾ ਕਰਕੇ ਤੇ ਦੂਰੀਆਂ ਵਧਾਈਆਂ, ਭਰਾਵਾਂ ਨੂੰ ਇਕੱਠੇ ਹੋਇਆਂ ਨੂੰ ਆਪ ਜੀ ਨੇ ਦੂਰ ਕੀਤਾ। ਕੀ ਲੱਭਿਆ ਆਪ ਜੀ ਨੂੰ? ਆਪ ਜੀ ਤੋਂ ਗੱਦੀ ਉਦਣ ਵੀ ਕੋਈ ਨਹੀਂ ਸੀ ਖੋਂਦਾ ਤੇ ਅੱਜ ਵੀ ਨਹੀਂ ਖੋਂਦਾ। ਆਪ ਜੀ ਤੋਂ ਗੱਦੀ ਉਦਣ ਵੀ ਕੋਈ ਨਹੀਂ ਸੀ ਖੋਂਦਾ ਤੇ ਅੱਜ ਵੀ ਨਹੀਂ ਖੋਂਦਾ। ਪਰ ਫਰਕ ਤੇ ਇੰਨਾ ਹੀ ਹੈ ਨਾ ਕਿ ਕਿਸੇ ਨੇ ਜੋੜਿਆ ਤੇ ਕਿਸੇ ਨੇ ਤੋੜਿਆ, ਇੰਨਾ ਹੀ ਫਰਕ ਹੈ। ਇਸ ਕਰਕੇ ਆਪ ਜੀ ਨੂੰ ਬੇਨਤੀ ਹੈ ਕਿ ਜੇ ਆਪਣੇ ਆਪ ਨੂੰ ਗੁਰੂ ਸਮਝਣਾ ਤੇ ਗੁਰੂ ਸਤਿਗੁਰ ਮੇਰਾ ਜਿਹੜਾ ਵਿਛੜਿਆ ਨੂੰ ਮੇਲਦਾ, ਐਸਾ ਸਤਿਗੁਰ ਮੇਰਾ ਜਿਹੜਾ ਵਿਛੜਿਆ ਨੂੰ ਮੇਲਦਾ। ਵਿਛੜਿਆਂ ਨੂੰ ਮਿਲਣਾ, ਮਿਲਿਆਂ ਨੂੰ ਵਿਛੋੜਨਾ ਨਹੀਂ ਹੈ। ਸਾਧ ਸੰਗਤ ਜੀ, ਕਿਸੇ ਔਖੇ ਸਮੇਂ ਵਿੱਚ ਮੈਂ ਆਪਣੇ ਕੁਝ ਜ਼ਰੂਰੀ ਕਾਗਜ਼ ਕਿਸੇ ਸੱਜਣ ਕੋਲ ਰੱਖੇ ਸਨ, ਉਹ ਮੈਨੂੰ ਚੇਤਾ ਭੁੱਲ ਗਿਆ ਹੋਇਆ। ਕਿਸੇ ਪ੍ਰੇਮੀ ਦੇ ਘਰ ਜ਼ਰੂਰੀ ਕਾਗਜ਼ ਮੈਂ ਰੱਖੇ ਸਨ, ਜਿਹਦੇ ਕੋਲ ਕਿਤੇ ਪਏ ਹੋਣ ਉਹ ਵਾਪਸ ਮੈਨੂੰ ਦੇ ਦਿਓ। ਉਹਦੇ ਵਿੱਚ ਬੜੇ ਹੀ ਜ਼ਰੂਰੀ ਕਾਗਜ਼ ਨੇ, ਮੈਨੂੰ ਕੋਈ ਚੇਤਾ ਨਹੀਂ ਕਿਹਦੇ ਕੋਲ।
ਮੈਂ ਆਪਣੀ ਗੱਲ ਮੁਕਾਉਣ ਤੋਂ ਪਹਿਲਾਂ ਮੁੱਖ ਮੰਤਰੀ ਖੱਟੜ ਸਾਹਿਬ, ਗੁਰਚਰਨ ਸਿੰਘ ਜੀ ਗਿੱਲ, ਸਾਡੇ ਚੰਡੀਗੜ੍ਹ ਦੇ ਪ੍ਰਧਾਨ ਜੀ ਅਤੇ ਹੋਰ ਸਾਰੇ ਉਹਨਾਂ ਸੱਜਣਾ ਮਿੱਤਰਾਂ ਦਾ, ਔਰ ਸਾਡੇ DC ਸਾਹਿਬ ਲੁਧਿਆਣੇ ਵਾਲੇ, ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਸਮਾਗਮ ਨੂੰ ਸਿਰੇ ਚੜ੍ਹਾਉਣ ਵਿੱਚ ਸਹਾਇਤਾ ਕੀਤੀ ਹੈ ਅਤੇ ਸਾਨੂੰ ਆਗਿਆ ਦਿੱਤੀ ਹੈ। ਜਿਹੜੇ ਪੁਲਿਸ ਕਰਮਚਾਰੀ ਆ ਕੇ ਇੱਥੇ ਸੇਵਾ ਕਰ ਗਏ ਨੇ, ਸਾਰਿਆਂ ਦਾ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ। ਦੇਖੋ ਉਹ ਮਹਾਤਮਾ ਜੀ ਬੈਠੇ ਨੇ, ਤੁਸੀਂ ਉੱਤੋਂ ਦੀ ਆਉਣ ਦਿਓ ਪਿੱਛੇ। ਸ਼ਿਸ਼ਟਾਚਾਰ ਦਾ ਧਿਆਨ ਰੱਖੋ। ਚਲੋ ਕੋਈ ਨਹੀਂ, ਗੱਲ ਹੈ ਜੀ, ਕੋਈ ਨਹੀਂ। ਸੋ ਮੈਂ ਆਪਣੀ ਗੱਲ ਮੁਕਾਉਣ ਤੋਂ ਪਹਿਲਾਂ ਫਿਰ ਉਹੀ ਗੱਲ ਕਰਦਾ ਕਿ ਅਸੀਂ ਨਾਮਧਾਰੀ ਸੰਗਤ ਰਾਸ਼ਟਰ ਹਿੱਤ ਵਿੱਚ ਸਵੈਦੇਸ਼ੀ ਹਾਂ। ਪੂਰਾ ਅਸੀਂ ਆਪਣੇ ਦੇਸ਼ ਨੂੰ, ਭਾਰਤ ਦੇਸ਼ ਨੂੰ ਆਪਣਾ ਮੰਨਦੇ ਹਾਂ, ਆਪਣੇ ਦੇਸ਼ ਦੀ ਤਰੱਕੀ ਚਾਹੁੰਦੇ ਹਾਂ। ਇਹਦੇ ਨਾਲ ਨਾਲ ਹੀ ਮੈਂ ਇਹ ਵੀ ਬੇਨਤੀ ਕਰਦਾ ਕਿ ਅਸੀਂ ਆਪਣਾ ਦੇਸੀ ਬਿਕਰਮੀ ਸੰਮਤ ਮਨਾਉਣਾ ਸ਼ੁਰੂ ਕਰੀਏ। ਜਿੱਥੇ ਜਿੱਥੇ ਵੀ ਸਰੋਤੇ ਸੁਣਦੇ ਨੇ, ਸਾਰਿਆਂ ਨੂੰ ਬੇਨਤੀ ਹੈ ਕਿ ਸਾਡੇ ਸਾਰੇ ਗੁਰੂ ਸਾਹਿਬਾਨ ਨੇ ਬਿਕਰਮੀ ਸੰਮਤ ਵਿੱਚ ਤਰੀਕਾਂ ਲਿਖੀਆਂ ਨੇ, ਆਪਾਂ ਬਿਕਰਮੀ ਸੰਮਤ ਨਾ ਭੁੱਲੀਏ। ਵਿਸਾਖੀ 'ਤੇ ਸਾਡਾ ਨਵਾਂ ਸਾਲ ਚੜ੍ਹਦਾ, ਉਹ ਆਪਣਾ ਸੰਮਤ ਜ਼ਰੂਰ ਮਨਾਓ। ਪੂਰਾ ਮੁੰਡੇ ਕੁੜੀਆਂ ਸਾਰੇ ਆਪੋ ਆਪਣੇ ਢੰਗ ਨਾਲ ਖੁਸ਼ੀਆਂ ਮਨਾਓ। ਸਭ ਨੂੰ ਨਵੇਂ ਸਾਲ ਦੀ ਵਧਾਈ ਦਿਓ ਤਾਂ ਕਿ ਆਪਣੀ ਚੀਜ਼ ਦਾ ਸਾਨੂੰ ਚੇਤਾ ਰਵੇ। ਅਤੇ ਪੁਲਿਸ ਪ੍ਰਸ਼ਾਸਨ ਜੋ ਵੀ ਜਿਨ੍ਹਾਂ ਨੇ ਵੀ ਸਾਨੂੰ ਆਗਿਆ ਦਿੱਤੀ ਹੈ, ਭਾਵੇਂ ਨਾ ਕਰਕੇ ਬਾਅਦ 'ਚ ਦੇ ਦਿੱਤੀ, ਜੋ ਸਹਾਇਤਾ ਕੀਤੀ ਹੈ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਮਾਤਾ ਜੀ ਨੂੰ ਤਾਂ ਆਪਾਂ ਲੱਭ ਨਹੀਂ ਸਕਦੇ। ਮਾਤਾ ਜੀ ਵਾਲੇ ਕੁਛ ਗੁਣ ਧਾਰਨ ਕਰ ਲਈਏ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਿੱਥੇ ਵੀ ਕਿਤੇ ਗੁਰਦੁਆਰੇ ਜਾਓ, ਨਾਮਧਾਰੀ ਗੈਰ ਨਾਮਧਾਰੀਆਂ ਦੇ 1-2 ਮਿੰਟ ਸੇਵਾ ਜ਼ਰੂਰ ਕਰਿਆ ਕਰੋ। ਜੂਠੇ ਭਾਂਡੇ ਮਾਂਜਿਆ ਕਰੋ ਅਤੇ ਜੋੜੇ ਸਾਂਭਿਆ ਕਰੋ। ਸੋ ਇਹਨਾਂ ਸ਼ਬਦਾਂ ਨਾਲ ਹੀ ਮੈਂ ਸਮਾਪਤ ਕਰਦਾ ਅਤੇ ਅਖੀਰ 'ਤੇ ਇੱਕ ਰਾਮਾ ਅਵਤਾਰ ਦਾ ਸ਼ਬਦ ਹੈ, ਉਹ ਪੜ੍ਹਦਾ। ਉਹ ਕੀ ਹੈ? ਜਦੋਂ ਮਾਤਾ ਸੀਤਾ ਜੀ ਧਰਤੀ ਫਟਕੇ ਵਿੱਚ ਅਲੋਪ ਹੋ ਗਏ, ਭਗਵਾਨ ਰਾਮ ਨੇ ਵੀ ਉੱਥੇ ਹੀ ਬੈਠ ਕੇ ਸਰੀਰ ਛੱਡ ਦਿੱਤਾ। ਉਹਦੇ ਵਾਸਤੇ ਰਾਮਾ ਅਵਤਾਰ ਵਿੱਚ ਲਿਖਿਆ ਹੋਇਆ, ਇਹ ਜਗ ਧੂਰੋ ਧੌਲ ਹਰ ਕੇ ਆਇਓ ਕਾਮ। ਇਹ ਜਗ ਧੌਰੋ ਧੂਲ ਹਰ ਕੇ ਆਇਓ ਕਾਮ। ਰਗਬਰ ਬਿਨ ਸੀਏ ਨਾ ਜੀਐ, ਸੀਏ ਬਿਨ ਜੀਐ ਨਾ ਰਾਮ। ਸੀਏ ਬਿਨ ਜੀਐ ਨਾ ਰਾਮ, 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 ਜੀਐ ਨਾ ਰਾਮ, ਸੀਏ ਬਿਨ ਜੀਐ ਨਾ ਰਾਮ, ਸੀਏ ਬਿਨ ਜੀਐ ਨਾ ਰਾਮ, ਸੀਏ ਬਿਨ ਜੀਐ ਨਾ ਰਾਮ। ਇਹ ਜਗ ਧੂਰੋ ਧੌਲ ਹਰ ਕਿਸ ਕੇ ਆਇਓ ਕਾਮ। ਧੂਰੋ ਧੌਲ ਹਰ ਕੇ ਆਇਓ ਕਾਮ। ਜਗ ਧੌਲ ਧੂਲ
रघुबर बिन सीना जिया रघुबर बिन सिया ना जिया सिया बिन जिया ना राम रघुबर बिन सिया ना जिया सिया बिन जिया ना राम रघुबर सिया ना जिया सिया बिन जिया ना राम रघुबर बिन सिया ना जिया सिया बिन जिया ना राम